ਇਸ ਪਿੰਡ ਦੇ ਵਿੱਚ ਸਾਡੇ ਪਰਿਵਾਰ ਦੇ 5 ਬੰਦਿਆਂ ਨੂੰ ਕਰੋਨਾ ਪੋਜ਼ਿਟਿਵ ਡਿਕਲੇਅਰ ਕੀਤਾ ਗਿਆ ਸੀਗਾ। 7 ਕੁ ਦਿਨ ਪਹਿਲਾਂ ਮੇਰੇ ਚਾਚਾ ਜੀ ਕੋਲ 5 ਡਾਕਟਰ ਆਏ ਤੇ ਉਹ ਕਹਿੰਦੇ ਜੀ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ। ਫਿਰ ਅੱਧੇ ਘੰਟੇ ਬਾਅਦ ਡਾਕਟਰ ਆਏ ਗੁਰੂ ਨਾਨਕ ਹਸਪੀਟਲ ਦੇ ਵਿੱਚ ICU ਦੇ ਵਿੱਚ ਕਿ ਨਹੀਂ ਤੁਹਾਡੇ ਪਾਪਾ ਜੀ ਠੀਕ ਹੈ। ਇਸ ਤੋਂ ਬਾਅਦ ਅੱਜ ਸਾਨੂੰ ਫੋਨ ਆਇਆ ਹਸਪਤਾਲ ਤੋਂ ਕਿ ਕੱਲ ਰਾਤ ਦੇ 11:30 ਵਜੇ ਦੇ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ। ਸਾਨੂੰ ਇਹਨਾਂ ਨੇ ਬਾਡੀ ਨੂੰ ਵੀ ਦੇਖਣ ਵੀ ਨਹੀਂ ਦੇ ਰਹੇ ਸੀਗੇ। ਕੁਦਰਤੀ ਮੈਂ ਥੋੜਾ ਰੌਲਾ ਪਾ ਕੇ ਸਾਡੇ ਹੋਰ ਕੁਝ ਰਿਸ਼ਤੇਦਾਰਾਂ ਨੇ ਰੌਲਾ ਪਾ ਕੇ ਤੇ ਇਹਨਾਂ ਦਾ ਮੂੰਹ ਦੇਖਿਆ ਡੈੱਡ ਬਾਡੀ ਦਾ। ਤੇ ਡੈੱਡ ਬਾਡੀ ਜਦੋਂ ਅਸੀਂ ਦੇਖੀ ਤੇ ਉਹਦੇ ਉੱਪਰ ਪੂਰਾ ਪਰਚਾ ਲੱਗਿਆ ਸੀਗਾ, ਪ੍ਰੀਤਮ ਸਿੰਘ ਸਨ ਆਫ ਮਨੀ ਸਿੰਘ, ਪਿੰਡ ਟਾਂਡਾ ਰਾਮ ਸਾਏ, ਮੋਬਾਈਲ ਨੰਬਰ, ਪੂਰਾ ਇੱਕ ਚਿੱਟੇ ਰੰਗ ਦਾ ਪਰਚਾ ਲੱਗਿਆ ਹੋਇਆ। ਉਹ ਤੁਹਾਡੀ ਡੈੱਡ ਬਾਡੀ ਦੇ ਉੱਪਰ ਵੀ ਪਿਆ। ਅਸੀਂ ਕਿਹਾ ਜੀ ਇਹ ਲੱਗਦਾ ਨਹੀਂ ਹੈ ਕਿ ਬਾਡੀ ਹੈ ਜਿਹੜੀ ਉਹ ਮੇਰੇ ਦਾਦਾ ਜੀ ਦੀ। ਇਹਨਾਂ ਨੇ ਸਾਡੇ ਤੇ ਦਬਾਅ ਪਾ ਕੇ ਕਿਹਾ ਜੀ ਤੁਸੀਂ ਇਦਾਂ ਹੀ ਸੰਸਕਾਰ ਕਰ ਦਿਓ। ਜਦੋਂ ਅਸੀਂ ਥੋੜਾ ਰੌਲਾ ਪਾ ਕੇ ਦੇਖਿਆ ਕਿ ਮੂੰਹ ਦੇਖਿਆ ਤੇ ਮੂੰਹ ਦੇ ਵਿੱਚ ਸਾਨੂੰ ਇੱਕ ਜਨਾਨੀ ਦੀ ਬਾਡੀ ਦਿਖੀ ਜਿਹੜੇ ਲੱਖ ਰੁਪਇਆ ਤਨਖਾਹਾਂ ਲੈ ਰਹੇ ਨੇ ਤੇ ਆ ਇਹਨਾਂ ਦੀ ਕਾਰਗੁਜ਼ਾਰੀ। ਅੰਮ੍ਰਿਤਸਰ ਦਾ ਗੁਰੂ ਨਾਨਕ ਹਸਪਤਾਲ ਹਮੇਸ਼ਾ ਆਪਣੀਆਂ ਅਣਗਹਿਲੀਆਂ ਕਰਕੇ ਸੁਰੱਖਿਆ ਵਿੱਚ ਰਹਿੰਦਾ ਹੈ, ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਹਸਪਤਾਲ ਪ੍ਰਸ਼ਾਸਨ ਨੇ ਵੱਡੀ ਅਣਗਹਿਲੀ ਕਰਕੇ ਕਰੋਨਾ ਨਾਲ ਮਰੇ 2 ਮਰੀਜ਼ਾਂ ਦੀਆਂ ਲਾਸ਼ਾਂ ਦੀ ਅਦਲਾ ਬਦਲੀ ਕਰ ਦਿੱਤੀ। ਇਸ ਗੱਲ ਦਾ ਪਤਾ ਟਾਂਡਾ ਰਾਮ ਸਰਿਆ ਦੇ ਰਹਿਣ ਵਾਲੇ ਪਰਿਵਾਰ ਨੂੰ ਉਸ ਵੇਲੇ ਲੱਗਿਆ ਜਦੋਂ ਉਹ ਆਪਣੇ ਪਰਿਵਾਰਕ ਮੈਂਬਰ ਦੀ ਲਾਸ਼ ਦਾ ਸੰਸਕਾਰ ਕਰਨ ਲਈ ਲਾਸ਼ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲੈ ਗਏ, ਜਿੱਥੇ ਉਹਨਾਂ ਨੇ ਆਖਰੀ ਵਾਰ ਲਾਸ਼ ਦਾ ਮੂੰਹ ਦੇਖਣ ਲਈ ਜਦੋਂ ਲਾਸ਼ ਦੇ ਉੱਤੋਂ ਕੱਪੜਾ ਚੁੱਕਿਆ ਤਾਂ ਉਹ ਲਾਸ਼ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਨਹੀਂ ਸੀ, ਸਗੋਂ ਕਿਸੇ ਔਰਤ ਦੀ ਸੀ ਜਿਸ ਨੂੰ ਉਹ ਜਾਣਦੇ ਵੀ ਨਹੀਂ ਸਨ। ਜਿਸ ਤੋਂ ਬਾਅਦ ਪਰਿਵਾਰ ਨੇ ਖੂਬ ਹੰਗਾਮਾ ਕੀਤਾ ਅਤੇ ਪਤਾ ਲੱਗਣ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ। ਪੀੜਤ ਪਰਿਵਾਰ ਨੇ ਇਹ ਵੀ ਸ਼ੱਕ ਜਤਾਇਆ ਕਿ ਹੋ ਸਕਦਾ ਹੈ ਕਿ ਸਾਡਾ ਪਰਿਵਾਰਕ ਮੈਂਬਰ ਜਿੰਦਾ ਹੋਵੇ ਤੇ ਹਸਪਤਾਲ ਪ੍ਰਸ਼ਾਸਨ ਨੇ ਆਪਣੀ ਗਲਤੀ ਛੁਪਾਉਣ ਲਈ ਉਹਨਾਂ ਨੂੰ ਮਰਿਆ ਐਲਾਨ ਕਰ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਪ੍ਰਿਤਪਾਲ ਹੈ। ਮੈਂ ਚੰਡੀਗੜ੍ਹ ਰਹਿਣਾ ਤੇ ਮੇਰਾ ਜਿਹੜਾ ਪਿੰਡ ਹੈ ਜੱਦੀ ਪਿੰਡ ਹੈ ਮੇਰਾ ਟਾਂਡਾ ਰਾਮ ਸਾਏ ਹੈ। ਇਸ ਪਿੰਡ ਦੇ ਵਿੱਚ ਸਾਡੇ ਪਰਿਵਾਰ ਦੇ 5 ਬੰਦਿਆਂ ਨੂੰ ਕਰੋਨਾ ਪੋਜ਼ਿਟਿਵ ਡਿਕਲੇਅਰ ਕੀਤਾ ਗਿਆ ਸੀਗਾ 2 ਤਰੀਕ ਨੂੰ। ਇਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕੀਤਾ ਗਿਆ ਹੁਸ਼ਿਆਰਪੁਰ। ਇਸ ਤੋਂ ਬਾਅਦ ਥੋੜੀ ਤਬੀਅਤ ਬਿਲਕੁਲ ਠੀਕ ਸੀਗੀ। ਮੇਰੇ ਦਾਦਾ ਜੀ ਨੂੰ ਤੇ ਮੇਰੇ ਚਾਚਾ ਜੀ ਨੂੰ ਸ਼ਿਫਟ ਕੀਤਾ ਗਿਆ ਅੰਮ੍ਰਿਤਸਰ। 7 ਕੁ ਦਿਨ ਪਹਿਲਾਂ ਮੇਰੇ ਚਾਚਾ ਜੀ ਕੋਲ 5 ਡਾਕਟਰ ਆਏ ਤੇ ਉਹ ਕਹਿੰਦੇ ਜੀ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ। ਜਦੋਂ ਇਹ ਖਬਰ ਮਿਲੀ ਤੇ ਮੇਰੇ ਚਾਚਾ ਜੀ ਕਾਫੀ ਡਿਸਟਰਬ ਰਹੇ, ਉਹਨਾਂ ਨੇ ਬੜਾ ਰੌਲਾ ਪਾਇਆ। ਫਿਰ ਅੱਧੇ ਘੰਟੇ ਬਾਅਦ ਡਾਕਟਰ ਆਏ ਗੁਰੂ ਨਾਨਕ ਹਸਪੀਟਲ ਦੇ ਵਿੱਚ ICU ਦੇ ਵਿੱਚ ਕਿ ਨਹੀਂ ਤੁਹਾਡੇ ਪਾਪਾ ਜੀ ਠੀਕ ਹੈ। ਇਸ ਤੋਂ ਬਾਅਦ ਤਾਂ ਕਿ ਮੇਰੇ ਚਾਚਾ ਜੀ ਰੌਲਾ ਨਾ ਪਾਣ, ਉਹਨਾਂ ਨੂੰ ਕਰੋਨਾ ਪੋਜ਼ਿਟਿਵ ਹੁੰਦੇ ਹੋਏ ਵੀ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਤੇ ਉਹ ਸਰਕਾਰੀ ਬੱਸ ਤੇ ਉਹ ਟਾਂਡਾ ਰਾਮ ਸਾਹਿਬ ਪਿੰਡ ਆ ਗਏ 100 ਕਿਲੋਮੀਟਰ ਟਰੈਵਲ ਕਰਕੇ। ਇਸ ਤੋਂ ਬਾਅਦ ਅੱਜ ਸਾਨੂੰ ਫੋਨ ਆਇਆ ਹਸਪਤਾਲ ਤੋਂ ਕਿ ਕੱਲ ਰਾਤ ਦੇ 11:30 ਵਜੇ ਦੇ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ। ਅਸੀਂ 12 ਵਜੇ ਜਦੋਂ ਹੀ ਸਾਨੂੰ ਫੋਨ ਆਇਆ ਚੰਡੀਗੜ੍ਹ, ਅਸੀਂ 1 ਵਜੇ ਚੰਡੀਗੜ੍ਹ ਤੋਂ ਤੁਰੇ ਬੜੀ ਤੇਜ਼ ਗੱਡੀ ਚਲਾਉਂਦੇ ਹੋਏ। ਮੈਂ 4 ਵਜੇ ਤੱਕ ਅਸੀਂ ਪਹੁੰਚ ਗਏ ਇੱਥੇ ਸ਼ਮਸ਼ਾਨ ਘਾਟ। ਸਾਨੂੰ ਇਹਨਾਂ ਨੇ ਬਾਡੀ ਨੂੰ ਵੀ ਦੇਖਣ ਵੀ ਨਹੀਂ ਦੇ ਰਹੇ ਸੀਗੇ। ਕੁਦਰਤੀ ਮੈਂ ਥੋੜਾ ਰੌਲਾ ਪਾ ਕੇ ਸਾਡੇ ਹੋਰ ਕੁਝ ਰਿਸ਼ਤੇਦਾਰਾਂ ਨੇ ਰੌਲਾ ਪਾ ਕੇ ਤੇ ਇਹਨਾਂ ਦਾ ਮੂੰਹ ਦੇਖਿਆ ਡੈੱਡ ਬਾਡੀ ਦਾ। ਤੇ ਡੈੱਡ ਬਾਡੀ ਜਦੋਂ ਅਸੀਂ ਦੇਖੀ ਤੇ ਉਹਦੇ ਉੱਪਰ ਪੂਰਾ ਪਰਚਾ ਲੱਗਿਆ ਸੀਗਾ, ਪ੍ਰੀਤਮ ਸਿੰਘ ਸਨ ਆਫ ਮਨੀ ਸਿੰਘ, ਪਿੰਡ ਟਾਂਡਾ ਰਾਮ ਸਾਏ, ਮੋਬਾਈਲ ਨੰਬਰ, ਪੂਰਾ ਇੱਕ ਚਿੱਟੇ ਰੰਗ ਦਾ ਪਰਚਾ ਲੱਗਿਆ ਹੋਇਆ। ਉਹ ਤੁਹਾਡੀ ਡੈੱਡ ਬਾਡੀ ਦੇ ਉੱਪਰ ਵੀ ਪਿਆ। ਬਟ ਜਦੋਂ ਅਸੀਂ ਡੈੱਡ ਬਾਡੀ ਦੇਖੀ ਮੇਰੇ ਦਾਦਾ ਜੀ ਦੀ ਕੋਈ ਕੱਦ ਕੋਈ 6 ਫੁੱਟ 1 ਇੰਚ ਸੀਗਾ। ਅਸੀਂ ਕਿਹਾ ਜੀ ਇਹ ਲੱਗਦਾ ਨਹੀਂ ਹੈ ਕਿ ਬਾਡੀ ਹੈ ਜਿਹੜੀ ਉਹ ਮੇਰੇ ਦਾਦਾ ਜੀ ਦੀ ਹੈ। ਫਿਰ ਅਸੀਂ ਰੌਲਾ ਪਾ ਕੇ ਅਸੀਂ ਇਹ ਜ਼ਬਰਦਸਤੀ ਸਾਡਾ ਸੰਸਕਾਰ ਕਰਾ ਰਹੇ ਸੀ। ਪੁਲਿਸ ਦੇ 2 ਮੁਲਾਜ਼ਮ ਆਏ ਹੋਏ ਸੀ, ASI ਮੋਹਨ ਸਿੰਘ ਸੀ ਤੇ ਸ਼ਾਇਦ ASI ਇੱਕ ਹੋਰ ਸੀਗਾ, ਉਹਦਾ ਨਾਮ ਮੈਨੂੰ ਪਤਾ ਨਹੀਂ, ਬਟ ASI ਮੋਹਨ ਸਿੰਘ ਜ਼ਰੂਰ ਸੀ। ਇਹਨਾਂ ਨੇ ਸਾਡੇ ਤੇ ਦਬਾਅ ਪਾ ਕੇ ਕਿਹਾ ਜੀ ਤੁਸੀਂ ਇਦਾਂ ਹੀ ਸੰਸਕਾਰ ਕਰ ਦਿਓ। ਜਦੋਂ ਅਸੀਂ ਥੋੜਾ ਰੌਲਾ ਪਾ ਕੇ ਦੇਖਿਆ ਕਿ ਮੂੰਹ ਦੇਖਿਆ ਤੇ ਮੂੰਹ ਦੇ ਵਿੱਚ ਸਾਨੂੰ ਇੱਕ ਜਨਾਨੀ ਦੀ ਬਾਡੀ ਦਿਖੀ। ਮੇਰੀ ਤੁਹਾਡੇ ਅੱਗੇ ਮੀਡੀਆ ਦੇ ਥਰੂ ਇਹ ਗੁਜ਼ਾਰਿਸ਼ ਹੈ, ਪਹਿਲੀ ਗੱਲ ਤਾਂ ਇਹ ਦੱਸਿਆ ਜਾਵੇ ਕਿ ਮੇਰੇ ਪਾਪਾ ਜੀ ਮੇਰੇ ਦਾਦਾ ਜੀ ਕੀ ਉਹ ਜ਼ਿੰਦਾ ਹੈ ਕਿ ਉਹ ਪੂਰੇ ਹੋ ਗਏ। ਅਗਰ ਉਹ ਜ਼ਿੰਦਾ ਨੇ ਤੇ ਉਹਨਾਂ ਦੀ ਹਾਲਤ ਕੀ ਹੈ ਤੇ ਕਿੱਥੇ ਨੇ, ਅਗਰ ਉਹ ਪੂਰੇ ਹੋ ਗਏ ਨੇ ਤੇ ਉਹਨਾਂ ਦਾ ਕੀ ਕੀਤਾ। ਠੀਕ ਹੈ ਜੀ, ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਬਣਦਾ ਜਿਹੜਾ ਕਾਰਵਾਈ ਹੈ ਇਹਨਾਂ ਡਾਕਟਰਾਂ ਤੇ, ਇਸ ਪ੍ਰਸ਼ਾਸਨ ਤੇ, ਇਸ ਮੁਲਾਜ਼ਮਾਂ ਤੇ ਜਿਹੜੇ ਲੱਖ ਰੁਪਇਆ ਤਨਖਾਹਾਂ ਲੈ ਰਹੇ ਨੇ ਤੇ ਆ ਇਹਨਾਂ ਦੀ ਕਾਰਗੁਜ਼ਾਰੀ ਹੈ। ਉਧਰ ਸਿਹਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਹਸਪਤਾਲ ਪ੍ਰਸ਼ਾਸਨ ਤੋਂ ਗਲਤੀ ਹੋਈ ਹੈ, ਜਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਾ ਜੀ ਹੁਸ਼ਿਆਰਪੁਰ ਤੋਂ ਇੱਕ ਕਰੋਨਾ ਪੇਸ਼ੈਂਟ ਸੀ ਤੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਅੰਮ੍ਰਿਤਸਰ ਤੋਂ ਕਿਸੇ ਕਾਰਨ ਕਰਕੇ ਇੱਥੇ ਹੁਣ ਪਤਾ ਲੱਗਿਆ ਵੀ ਉਹ
ਲੇਡੀ ਦੀ ਬੋਡੀ ਆ ਗਈ ਹੈ ਸੀ ਜੈਂਟਸ ਇਹਨਾਂ ਦੇ ਜਿਹੜੇ ਸੀ ਦਾਦਾ ਜੀ ਹੁੰਦੇ। ਕਿ ਇਹ ਟਾਂਡੇ ਦਾ ਜਿਹੜਾ ਵਿਅਕਤੀ ਇਹਦੀ ਡੈਥ ਹੋ ਚੁੱਕੀ ਹੈ ਜੀ? ਇਹ ਹੁਣ ਸਾਡੇ ਹੈਲਥ ਡਿਪਾਰਟਮੈਂਟ ਪੂਰੀ ਕਨਫਰਮ ਕਰ ਰਿਹਾ ਜੀ। ਅਸੀਂ ਸਾਡੇ ਐਸਡੀਐਮ ਸਾਹਿਬ ਉੱਤੇ ਫੋਨ ਕਰਕੇ ਐਸਐਮਓ ਸਾਹਿਬ ਜਿਹੜੇ ਹੁਸ਼ਿਆਰਪੁਰ ਇਹ ਜਿਹੜੀ ਬੋਡੀ ਆਈ ਹੈ ਇਹ ਕੀ ਕੀਤਾ ਜਾ ਰਿਹਾ ਹੁਣ ਇਹਦੇ ਬਾਰੇ? ਇਹਦੇ ਬਾਰੇ ਜੀ ਬਸ ਸਾਡੇ ਹੁਣ ਤਾਲਮੇਲ ਚੱਲ ਰਿਹਾ ਉੱਥੇ ਡੀ ਸਾਹਿਬ ਦੀ ਉੱਤੇ ਗੱਲ ਹੋ ਰਹੀ ਹੈ ਐਸਡੀਐਮ ਸਾਹਿਬ ਨਾਲ, ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਗੱਲ ਹੋ ਰਹੀ ਹੈ ਮੋਰਚਰੀ ਦੇ ਵਿੱਚ। ਜਿਹੜੀ ਪੂਰੀ ਇਨਕੁਆਇਰੀ ਕਰਾ ਕੇ ਜਿਹੜੀ ਡੈਡ ਬੋਡੀ ਇਹਨਾਂ ਦੀ ਹੈਗੀ ਇਹਦੇ ਬਜ਼ੁਰਗ ਦੀ ਹੈਗੀ ਆ, ਉਹ ਇਹਨਾਂ ਨੂੰ ਸੌਂਪਣ ਦੀ ਜਿਹੜੀ ਹੈਗੀ ਕਾਰਵਾਈ ਚੱਲ ਰਹੀ ਹੈ। ਕੀ ਤੁਹਾਡਾ ਵਿਦੇਸ਼ ਵਿੱਚ ਘੁੰਮਣ ਦਾ ਹੈ ਸੁਪਨਾ? ਕੀ ਤੁਸੀਂ ਵਿਦੇਸ਼ ਵਿੱਚ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਵਿਦੇਸ਼ ਜਾ ਕੇ ਵਸਣ ਦਾ ਹੈ ਇਰਾਦਾ, ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ? ਤਾਂ ਇੱਕ ਹੀ ਭਰੋਸੇਯੋਗ ਨਾਮ ਹੈ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, PR ਅਤੇ ਹਰ ਤਰ੍ਹਾਂ ਦੇ ਵੀਜ਼ੇ ਦਾ ਮਾਮਲਾ ਕੈਨੇਡਾ, USA, ਆਸਟ੍ਰੇਲੀਆ, UK ਅਤੇ ਨਿਊਜ਼ੀਲੈਂਡ। ਤਾਂ ਤੁਹਾਡਾ ਰਾਹਗੀਰ ਬਣੇਗਾ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਸੰਪਰਕ ਕਰੋ 73407 37362 73407 37369। ਜਦੋਂ ਸਮੱਸਿਆ ਦਾ ਹੈ ਹੱਲ ਫਿਰ ਕਿਉਂ ਹੋ ਪਰੇਸ਼ਾਨ? ਜਿਵੇਂ ਮਨ ਚਾਹਿਆ ਪਿਆਰ, ਪਤੀ ਪਤਨੀ 'ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪਿਆਰ ਵਿੱਚ ਧੋਖਾ ਖਾਦੇ ਹੋਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ। ਸੰਪਰਕ ਕਰੋ ਵਿਸ਼ਵਨਾਥ ਤਾਂਤਰਿਕ। ਤੁਸੀਂ ਸੰਪਰਕ ਕਰ ਸਕਦੇ ਹੋ 90244 70842। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया। मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल जेडे गंजपन पैना शुरू हो गया सी, वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना कितनी असीं अपने बालां करके शर्म फील करते हैं कि सोसाइटी बैठे हैं कि कोई मजाक ना कर रहा है, पर थैंक्स टू फ्री लीफ जिन्हें मेरा कॉन्फिडेंस बिल्ड किया, जिहदे लगान नाल मैं मार्केट 'ਚ बड़ा ही कॉन्फिडेंट हाँ। और इहदे नाल मैनूं बड़ा फायदा होया। तो मैनूं सर्वाइकल की भी दिक्कत सी, तो उहदे नाल भी मैनूं बड़ा रिलीफ मिलिया। ये यूज़ करो, तो मैं प्रैक्टिकल यूज़ कर रहा।